ਜੇ ਉੱਥੇ ਦੀਆਂ ਸਰਕਾਰਾਂ ਜਰਾ ਵੀ ਇਸ ਮੁੱਦੇ ਨੂੰ ਸੀਰੀਅਸ ਲੈਂਦੀਆਂ ਤੇ ਅੱਜ ਇਹ ਮੁੱਦਾ ਇੱਥੇ ਤੱਕ ਨਹੀਂ ਪਹੁੰਚਦਾ। ਇੰਨਾ ਹੈਵਾਨੀਅਤ ਦਾ ਨੰਗਾ ਨਾਚ ਜਿਹੜਾ ਮਣੀਪੁਰ ਵਿੱਚ ਹੋਇਆ, ਮਗਰਮੱਛ ਦੇ ਆਂਸੂ ਬਹਾਏ ਜਾ ਰਹੇ ਹੈ, ਪੋਲਿਟਿਕਸ ਖੇਡ ਰਹੇ ਨੇ। ਸਮਾਜ ਸਾਰੇ ਉਹ ਭੇੜੀਆਂ ਨੂੰ ਜਾਣਦਾ ਹੈ ਜਿਹੜੇ ਆਪਣੇ ਉੱਤੇ ਕਵਰ ਕਰਕੇ ਆਪਣੇ ਆਪ ਨੂੰ ਸਰਕਾਰਾਂ ਦੇ ਵਿੱਚ ਬੈਠੇ ਨੇ। ਬਿਲਕੁਲ ਔਰਤਾਂ ਨੂੰ ਹਾਲੇ ਵੀ ਜਿਸ ਨਜ਼ਰੀਏ ਨਾਲ ਦੇਖਿਆ ਜਾਂਦਾ, ਪਹਿਲਾਂ ਤਾਂ ਉਹ ਸਿਸਟਮ ਚੇਂਜ ਕਰਨਾ। ਜਿਹੜੇ ਮੁੱਦੇ ਤੇ ਕੰਮ ਹੋਣਾ ਚਾਹੀਦਾ ਸੀ ਉਹ ਤਾਂ ਹੋ ਨਹੀਂ ਰਿਹਾ। ਬਿਲਕੁਲ ਮਣੀਪੁਰ ਵਿੱਚ ਹਾਲੇ ਤੱਕ ਸਾਨੂੰ ਜਿਹੜਾ ਬਿਆਨ ਜਾਰੀ ਕਰਨਾ ਚਾਹੀਦਾ ਸੀ ਉਹ ਤਾਂ ਹੋਇਆ ਨਹੀਂ ਜੀ। ਪੋਲਿਟਿਕਸ ਤੇ ਪੋਲਿਟਿਕਸ ਹੋ ਰਹੀ ਹੈ ਔਰ ਕੁਛ ਨਹੀਂ ਹੋ ਰਿਹਾ। ਸ਼ਰਮ ਆਣੀ ਚਾਹੀਦੀ ਹੈ ਇੱਦਾਂ ਦੇ ਘਟੀਆ ਪੋਲੀਟੀਸ਼ੀਅਨਸ ਨੂੰ ਜਿਹੜੇ ਇੱਥੇ ਵੀ ਪੋਲਿਟਿਕਸ ਖੇਡ ਰਹੇ ਨੇ। ਕਈ ਔਰਤਾਂ ਐਸੇ ਅਧਿਕਾਰ ਦਾ ਗਲਤ ਨਜਾਇਜ਼ ਫਾਇਦਾ ਜੀ। ਕਿਹੜੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਬੇਟੀ ਪੜ੍ਹਾਓ ਬੇਟੀ ਬਚਾਓ, ਉਹਨਾਂ ਨੇ ਆਪਣੇ ਜੋ ਪੋਲੀਟੀਸ਼ੀਅਨ ਸੀ ਉਹਨਾਂ ਨੂੰ ਬਚਾਇਆ, ਨਾ ਕਿ ਉਹ ਬੱਚੇ ਜਿਹੜੇ ਦੇਸ਼ ਵਿੱਚ ਆਪਣਾ ਕਿਤੇ ਨਾ ਕਿਤੇ ਨਾਂ ਰੋਸ਼ਨ ਕਰ ਰਹੇ। ਇਕੱਲੇ ਇਹ ਫਲਸਫਾ ਲੈ ਕੇ ਬੇਟੀ ਪੜ੍ਹਾਓ ਬੇਟੀ ਬਚਾਓ ਨਾਲ ਕੁਛ ਨਹੀਂ ਹੋਣਾ। ਬੇਟੀਆਂ ਲਈ ਕੁਛ ਕਰਨਾ ਪੈਣਾ। ਇੱਦਾਂ ਹੀ ਸਦਨ ਦੇ ਵਿੱਚ ਮੋਦੀ ਜੀ ਤੇ ਤੰਜ ਕੱਸਿਆ ਗਿਆ ਸੀ ਕਿ ਜਿਨ੍ਹਾਂ ਦੇ ਘਰ ਖੁਦ ਔਲਾਦ ਨਹੀਂ ਉਹ ਇਸ ਦਰਦ ਨੂੰ ਕਿੱਦਾਂ ਸਮਝਣਗੇ। ਬੇਟੀ ਪੜ੍ਹਾਓ ਵੀ ਬੇਟੀ ਬਚਾਓ ਵੀ ਤਾਂ ਬੇਟੀ ਕੋ ਸੁਰੱਖਿਆ ਵੀ ਦਿਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਜਸਪ੍ਰੀਤ ਕੌਰ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਦੇਸ਼ ਦੇ ਵਿੱਚ ਇੱਕ ਬਹੁਤ ਹੀ ਭਖਦਾ ਮੁੱਦਾ ਹੈ, ਮਣੀਪੁਰ ਦਾ ਮਾਮਲਾ। ਅੱਜ ਅਸੀਂ ਉਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਨੀਤੂ ਵੋਰਾ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਮੈਮ। ਥੈਂਕ ਯੂ। ਤੁਸੀਂ ਮੈਂ ਬਹੁਤ ਥੈਂਕਸ ਕਰਦੀ ਹਾਂ ਸਿਟੀ ਹੋਮ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਤੇ ਅੱਜ ਆਪਣੇ ਵਿਚਾਰ ਸਾਂਝੇ ਕਰਨ ਲਈ ਮੈਨੂੰ ਇੱਥੇ ਬੁਲਾਇਆ। ਸਭ ਤੋਂ ਪਹਿਲੇ ਮੈਮ, ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਬਹੁਤ ਵਧੀਆ ਜ਼ਰੀਆ ਹੈ, ਉੱਤੇ ਅੱਜ ਕੱਲ ਦੇਖਣ ਨੂੰ ਮਿਲ ਰਿਹਾ ਕਿ ਮਣੀਪੁਰ ਕਿੰਨੇ ਪਿਛਲੇ 2-3 ਮਹੀਨਿਆਂ ਤੋਂ ਸੜ ਰਿਹਾ ਹੈ, ਬੁਰਾ ਹਾਲ ਹੋ ਰਿਹਾ ਹੈ। ਮਣੀਪੁਰ ਦੇ ਵਿੱਚ ਇੱਕ ਔਰ ਜਿਹੜੀਆਂ ਮਣੀਪੁਰ ਦੇ ਵਿੱਚ ਕੁਕੀ ਸਮੁਦਾਇ ਦੀਆਂ ਲੇਡੀਜ਼ ਸੀ, ਉਹਨਾਂ ਨੂੰ ਕਿਸ ਤਰੀਕੇ ਨਾਲ ਨਗਨ ਕਰਕੇ ਪਰੇਡ ਕਰਾ ਕੇ ਉਹਨਾਂ ਦਾ ਬੁਰਾ ਹਾਲ ਕੀਤਾ, ਸਮੂਹਿਕ ਬਲਾਤਕਾਰ ਕੀਤਾ, ਕਿਸ ਹੱਦ ਤੱਕ ਦਰਿੰਦਗੀ ਕੀਤੀ ਗਈ ਹੈ। ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੁਸੀਂ? ਇਹ ਸਿਰਫ ਦੇਸ਼ ਦੀ ਚਰਚਾ ਦਾ ਵਿਸ਼ੇ ਨਹੀਂ ਹੈਗਾ, ਵਿਦੇਸ਼ਾਂ ਵਿੱਚ ਵੀ ਇਸ ਮੁੱਦੇ ਤੇ ਬਹੁਤ ਵਿਚਾਰ ਸਾਂਝੇ ਕੀਤੇ ਗਏ ਆ। ਜਿਹੜੀ ਦਰਿਦਰਤਾ ਉਹਨਾਂ ਔਰਤਾਂ ਨਾਲ ਹੋਈ ਹੈ, ਕਿਤੇ ਨਾ ਕਿਤੇ ਉੱਥੇ ਦੀਆਂ ਸਰਕਾਰਾਂ, ਮੈਂ ਕਹੂੰਗੀ ਨਿਕੰਮੀਆਂ ਸਰਕਾਰਾਂ, ਜਿਹੜੀਆਂ ਇੰਨਾ ਕੁਝ ਹੁੰਦੇ ਦੇਖ ਰਹੀਆਂ ਨੇ। ਕਿਉਂਕਿ 4 ਮਈ ਨੂੰ ਜਦੋਂ ਇਹ ਕੇਸ ਹੋਇਆ ਸੀਗਾ, ਉਸ ਤੋਂ ਬਾਅਦ 5 ਮਈ ਨੂੰ ਕੇਸ ਦਰਜ ਵੀ ਕਰਨ ਲਈ ਮਹਿਲਾਵਾਂ ਗਈਆਂ ਸੀ, ਥਾਣੇ ਗਈਆਂ। ਉਹਨਾਂ ਨੇ ਆਪਣੀ ਹਰ ਚੀਜ਼, ਹਰ ਪ੍ਰੂਫ ਰੱਖਿਆ, ਆਪਣੀ ਮੈਡੀਕਲ ਰਿਪੋਰਟਸ ਰੱਖੀਆਂ। ਅੱਜ 3 ਮਹੀਨੇ ਬਾਅਦ ਵੀ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਮਣੀਪੁਰ ਵਿੱਚ ਮਹਿਲਾਵਾਂ ਨੇ ਨਿਵਸਤਰ ਹੋ ਕੇ ਆਪਣਾ ਇੱਕ ਅੱਗੇ ਵਾਈਟ ਕਲਰ ਦਾ ਬੈਨਰ ਲੈ ਕੇ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਜੇ ਉੱਥੇ ਦੀਆਂ ਸਰਕਾਰਾਂ ਜਰਾ ਵੀ ਇਸ ਮੁੱਦੇ ਨੂੰ ਸੀਰੀਅਸ ਲੈਂਦੀਆਂ ਤੇ ਅੱਜ ਇਹ ਮੁੱਦਾ ਇੱਥੇ ਤੱਕ ਨਹੀਂ ਪਹੁੰਚਦਾ। ਨਾਲੇ ਇਹ ਤਾਂ ਇੱਕ ਮੁੱਦਾ ਹੈ ਨਾ ਮੈਮ, ਇਹਦੇ ਵਰਗੇ ਕਈ ਮੁੱਦੇ ਜਿਹੜੇ ਸਾਹਮਣੇ ਹੀ ਨਹੀਂ ਆਏ। ਬਿਲਕੁਲ ਇਹ ਸਾਹਮਣੇ ਆਇਆ ਆਫਟਰ 3 ਮੰਥਸ। ਉਸ ਟਾਈਮ ਪੀਰੀਅਡ ਦੇ ਵਿੱਚ ਕੀ ਕੁਝ ਹੋਇਆ ਹੋਣਾ, ਇਸ ਇੱਕ ਵਾਕਿਆ ਤੋਂ ਅਸੀਂ ਸਮਝ ਸਕਦੇ ਹਾਂ ਕਿ ਉਧਰ ਦੀਆਂ ਮਹਿਲਾਵਾਂ ਕੀ ਕੁਝ ਝੇਲ ਰਹੀਆਂ ਨੇ ਤੇ ਸਰਕਾਰਾਂ ਕੀ ਕਰ ਰਹੀਆਂ ਨੇ। ਬਿਲਕੁਲ ਇਹਦੇ ਵਿੱਚ ਸਰਕਾਰਾਂ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਸੀ। ਉਸੇ ਟਾਈਮ ਹੀ ਸਥਿਤੀ ਸੰਭਲ ਜਾਂਦੀ। ਹੁਣ ਬਦ ਤੋਂ ਬੱਤਰ ਹੋ ਚੁੱਕੀ ਹੈ ਇੱਥੇ ਦੀ ਸਥਿਤੀ। ਸਿਰਫ ਮਣੀਪੁਰ ਦੀ ਗੱਲ ਹੀ ਨਹੀਂ, ਸਮਾਜ ਦੇ ਵਿੱਚ ਕਿਤੇ ਵੀ ਔਰਤ ਅਗਰ ਵਿਚਰ ਰਹੀ ਹੈ, ਔਰਤ ਇੱਕ ਮਾਂ ਵੀ ਹੈ, ਭੈਣ ਵੀ ਹੈ, ਬੇਟੀ ਵੀ ਹੈ, ਉਹ ਕਈ ਰੋਲ ਅਦਾ ਕਰਦੀ ਹੈ। ਅਗਰ ਅਸੀਂ ਜਿਵੇਂ ਸਮਾਜ ਦੇ ਵਿੱਚ ਬੇਅਦਬੀ ਦੀ ਗੱਲ ਕਰਦੇ ਹਾਂ, ਚਾਹੇ ਉਹ ਧਰਮ ਗ੍ਰੰਥਾਂ ਦੀ ਹੈ, ਚਾਹੇ ਜਿੰਦੀ ਜਾਗਦੀ ਜਿਹੜੀ ਔਰਤ ਹੈ ਉਹਦੇ ਨਾਲ ਇੰਨੀ ਦਰਿੰਦਗੀ ਹੋ ਰਹੀ ਹੈ, ਤੇ ਉਹਦੇ ਲਈ ਸਰਕਾਰਾਂ ਕਿਉਂ ਨਹੀਂ ਕੁਝ ਕਰ ਰਹੀਆਂ? ਇਹੀ ਤਾਂ ਸਭ ਤੋਂ ਵੱਡਾ ਚਰਚਾ ਦਾ ਵਿਸ਼ੇ ਹੈ ਕਿ ਸਰਕਾਰਾਂ ਨੂੰ ਕੁਇਕ ਐਕਸ਼ਨ ਲੈਣਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਇਦਾਂ ਦੇ ਸੈਂਸਿਟਿਵ ਮੁੱਦੇ ਹੈ, ਸਾਰੀਆਂ ਸਰਕਾਰਾਂ ਨੂੰ, ਵਿਪਕਸ਼ ਪਾਰਟੀਆਂ ਨੂੰ ਇਕਜੁੱਟ ਹੋ ਕੇ ਇਹਨਾਂ ਤੇ ਕੁਇਕ ਐਕਸ਼ਨ ਲੈਣਾ ਚਾਹੀਦਾ? ਇੱਥੇ ਜਿਹੜੀ ਪੋਲਿਟਿਕਸ ਨਹੀਂ ਖੇਡਣੀ ਚਾਹੀਦੀ। ਬੇਸ਼ੱਕ ਤੁਸੀਂ ਕਿਸੇ ਹੱਦ ਤੱਕ ਠੀਕ ਕਹਿ ਰਹੇ ਹੋ ਕਿ ਕਿਸੇ ਵੀ ਨੂੰ ਇਸ ਟਾਈਮ ਪੋਲਿਟਿਕਸ ਨਹੀਂ ਖੇਡਣੀ ਚਾਹੀਦੀ ਜੀ। ਇੰਨਾ ਹੈਵਾਨੀਅਤ ਦਾ ਨੰਗਾ ਨਾਚ ਜਿਹੜਾ ਮਣੀਪੁਰ ਵਿੱਚ ਹੋਇਆ, ਇਸ ਤੇ ਵੀ ਪਰ ਪੋਲਿਟਿਕਸ ਖੇਡੀ ਜਾ ਰਹੀ ਹੈ ਜੀ। ਮਗਰਮੱਛ ਦੇ ਆਂਸੂ ਬਹਾਏ ਜਾ ਰਹੇ ਹੈ, ਪੋਲਿਟਿਕਸ ਖੇਡ ਰਹੇ ਨੇ।
ਔਰ ਇਹ ਅੱਜ ਦੀ ਗੱਲ ਨਹੀਂ ਹੈਗੀ, 1947 ਚ ਜਿਹੜਾ ਹੋਇਆ, ਔਰਤਾਂ ਬਹੁਤ ਸੌਫਟ ਟਾਰਗੇਟ ਹੁੰਦੀਆਂ। 2019 ਲੈ ਲਓ, 2002 ਲੈ ਲਓ, ਇਹ ਹੁੰਦਾ ਰਹੇਗਾ ਜਦ ਤੱਕ ਏਦਾਂ ਦੇ ਪੋਲੀਟੀਸ਼ੀਅਨ ਬੈਠੇ ਆ ਜਿਹੜੇ ਆਪ ਹੀ ਕਾਂਡ ਕਰਾਉਂਦੇ ਆ। ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ ਜੀ, ਸਮਾਜ ਸਾਰੇ ਉਹ ਭੇੜੀਆਂ ਨੂੰ ਜਾਣਦਾ ਜਿਹੜੇ ਆਪਣੇ ਉੱਤੇ ਕਵਰ ਕਰਕੇ ਆਪਣੇ ਆਪ ਨੂੰ ਸਰਕਾਰਾਂ ਦੇ ਵਿੱਚ ਬੈਠੇ ਨੇ। ਬਿਲਕੁਲ, ਸਰਕਾਰਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਬਾਹਰ ਕੱਢ ਕੇ, ਸਫੇਦ ਜੋ ਉਹਨਾਂ ਨੇ ਪੋਸ਼ ਪਾਇਆ ਉਹਨਾਂ ਨੂੰ ਹਟਾ ਕੇ ਸਮਾਜ ਦੇ ਵਿੱਚ ਨੰਗਾ ਕਰਨਾ ਚਾਹੀਦਾ। ਜੇ ਤੂੰ ਏਦਾਂ ਦਾ ਕੋਈ ਵੀ ਕੰਮ ਕਰਦਾ, ਤੂੰ ਸਾਡੀ ਸਰਕਾਰ ਵਿੱਚ ਰਹਿਣ ਦੇ ਕਾਬਿਲ ਨਹੀਂ ਹੈ। ਸਭ ਤੋਂ ਪਹਿਲਾ ਸਟੈਪ ਤਾਂ ਸਰਕਾਰ ਦਾ ਇਹ ਹੋਣਾ ਚਾਹੀਦਾ। ਕਿਸੇ ਵੀ ਨੇਤਾ ਤੇ ਅਗਰ ਏਦਾਂ ਦਾ ਕੋਈ ਆਰੋਪ ਲੱਗਦਾ ਹੈ ਜਾਂ ਉਹ ਸਾਬਿਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਤੁਰੰਤ ਉਹਨੂੰ ਸਰਕਾਰ ਤੋਂ ਬਰਖਾਸਤ ਕੀਤਾ ਜਾਵੇ। ਦੇਖੋ, ਆਮ ਇਨਸਾਨ ਇਹਨਾਂ ਕਰਨ ਤੋਂ ਡਰੇਗਾ, ਜਿੰਨਾ ਪੋਲੀਟੀਸ਼ੀਅਨਸ ਇਸ ਚੀਜ਼ ਨੂੰ बढ़ावा ਦਿੰਦੇ ਆ ਜਾਂ ਕਰਦੇ ਆ, ਉਹਨਾਂ ਤੇ ਇੱਕ ਲਗਾਮ ਕੱਸਣੀ ਇਸ ਟਾਈਮ ਬਹੁਤ ਜ਼ਰੂਰੀ ਹੈ। ਬਿਲਕੁਲ, ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਸਿਰਫ ਪੋਲਿਟਿਕਸ ਨਹੀਂ, ਆਮ ਜਿਹੜੀ ਪਬਲਿਕ ਹੈ, ਸਮਾਜ ਹੈ ਜਿਹੜਾ, ਉਹਦੇ ਵਿੱਚ ਵੀ ਅਗਰ ਕੋਈ ਵੀ ਤੁਸੀਂ ਆਏ ਦਿਨ ਦੇਖਦੇ ਹੋ ਕਿਸੇ ਜਿਹੜੇ ਕਦੀ ਸਕੂਲ ਕਾਲਜਾਂ ਦੇ ਵਿੱਚ ਹੋ ਰਹੇ ਨੇ, ਕਦੀ ਆਫਿਸ ਵਗੈਰਾ 'ਚ ਹੋ ਰਹੇ ਨੇ, ਕਦੀ ਉੱਦਾਂ ਬੱਸਾਂ ਦੇ ਵਿੱਚ ਤੁਸੀਂ ਪਿੱਛੇ ਕਾਫੀ ਕਿਸੇ ਵੀ ਦੇਖੇ ਹੈ, ਨਿਰਭਇਆ ਕਾਂਡ ਦੇਖੇ, ਹੋਰ ਵੀ ਕਈ ਤਰ੍ਹਾਂ ਦੇ ਇੱਦਾਂ ਦੇਖਣ ਦਿਨ ਬਰ ਦਿਨ ਜਿਹੜੀਆਂ ਇੱਦਾਂ ਦੀ ਘਟਨਾਵਾਂ ਅੱਗੇ ਦੀ ਅੱਗੇ ਹੋਰ ਵੱਡਾ ਰੂਪ ਲੈ ਰਹੀਆਂ। ਇਹਨਾਂ ਨੂੰ ਰੋਕਣ ਤੇ ਕਿਤੇ ਨਾ ਕਿਤੇ ਸਰਕਾਰਾਂ ਅਸਫਲ, ਆਪਾਂ ਕਹਿ ਸਕਦੇ ਹਾਂ ਨਖਿੱਧ ਸਰਕਾਰਾਂ ਜਿਨ੍ਹਾਂ ਨੂੰ ਕਿਹਾ ਜਾ ਸਕਦਾ। ਸੱਚ ਦੇਖੋ, ਇਹਨੂੰ ਅਸੀਂ ਕਈ ਪਹਿਲੂਆਂ ਨਾਲ ਦੇਖ ਸਕਦੇ ਹਾਂ। ਜਿੱਦਾਂ ਪਹਿਲਾਂ ਜਿਹੜੇ ਸੰਯੁਕਤ ਪਰਿਵਾਰ ਸੀ, ਪਹਿਲਾਂ ਬੱਚਾ ਮਾਂ ਦੇ ਨਾਲ ਵੀ ਰਹਿੰਦਾ ਸੀ, ਤਾਈ, ਚਾਚੀ, ਬੂਆ, ਰਿਸ਼ਤਿਆਂ ਦੀ ਕਿਤੇ ਨਾ ਕਿਤੇ ਸ਼ਰਮ ਸੀ, ਲਿਹਾਜ਼ ਸੀ, ਕਿਤੇ ਨਾ ਕਿਤੇ ਇੱਕ ਪਰਦਾ ਸੀ, ਇੱਕ ਰਿਸਪੈਕਟ ਸੀ। ਕੋਈ ਵੀ ਅਸੀਂ ਘਰੇ ਕੰਮ ਕਰਦੇ ਸੀ, ਔਰਤਾਂ ਨੂੰ ਇੱਕ ਮਤਲਬ ਪਹਿਲਾਂ ਪੂਜਿਆ ਜਾਂਦਾ ਸੀਗਾ, ਹਰ ਕੰਮ ਸ਼ੁਭ ਮੰਨਿਆ ਜਾਂਦਾ ਸੀ ਕਿ ਘਰ ਦੀ ਕੋਈ ਸਭ ਤੋਂ ਛੋਟਾ ਬੱਚਾ ਆ ਕੇ, ਚਾਹੇ ਅਸੀਂ ਘਰ ਦੇ ਆਪਣਾ ਓਪਨਿੰਗ ਕਰਦੇ ਆ, ਕੋਈ ਕੰਮ ਦੀ ਓਪਨਿੰਗ ਕਰਦੇ ਆ, ਜਾਂ ਘਰਾਂ ਵਿੱਚ ਅਸੀਂ ਨਵਾਂ ਘਰ ਹਵਨ ਕਰ ਰਹੇ ਆ, ਜਾਂ ਘਰ ਕੋਈ ਪੂਜਾ ਦਾ ਕੰਮ ਕਰ ਰਹੇ ਆ, ਤਾਂ ਪਹਿਲਾਂ ਘਰ ਦੇ ਬੱਚਿਆਂ ਨੂੰ ਪੂਜਿਆ ਜਾਂਦਾ ਸੀ। ਕੰਜਕਾਂ ਪੂਜਨ ਉੱਤੋਂ ਸ਼ੁਰੂ ਹੋਇਆ ਸੀ ਕਿ ਔਰਤਾਂ ਨੂੰ ਮਾਨ सम्मान ਮਿਲੇ। ਦੇਖੋ, ਮੈਂ ਇੱਕ ਪਹਿਲੂ ਠੀਕ ਹੈ। ਦੂਜਾ ਹੁਣ ਆ ਜਾਂਦਾ ਸਰਕਾਰਾਂ। ਕਈ ਕੇਸਿਸ ਨੂੰ ਨਿਰਭਇਆ ਕਾਂਡ ਹੀ ਤੁਸੀਂ ਕਿਹਾ, ਉਹਨੂੰ 10 ਸਾਲ ਲੱਗ ਗਏ ਇਨਸਾਫ ਮਿਲਣ ਤੇ। ਬਿਲਕੁਲ ਠੀਕ ਹੈ, ਜਿਹੜਾ ਇੰਨਾ ਜਿਹਦੇ ਵਿੱਚ ਕੱਢਣ ਪਾਣ ਨੂੰ ਵੀ ਕੁਝ ਨਹੀਂ ਸੀਗਾ, ਬਹੁਤ ਓਪਨਲੀ ਹੋਇਆ। ਏਦਾਂ ਦੇ ਕੇਸਿਸ ਜਿੱਦਾਂ ਮਣੀਪੁਰ ਦਾ ਕੇਸ ਸੀਗਾ, ਸਰਕਾਰਾਂ ਨੂੰ ਵਿਦਿਨ ਮੰਥ ਉੱਤੇ ਡਿਸੀਜ਼ਨ ਲੈਣਾ ਚਾਹੀਦਾ, ਉੱਤੇ ਕੋਈ ਸਟਰੋਂਗ ਡਿਸੀਜ਼ਨ ਕਿ ਕਿਸੇ ਨੂੰ ਕੁਝ ਕਰਨ ਲਈ ਸੋਚਣਾ ਪਵੇ। ਦੂਜੀ ਚੀਜ਼ ਮੈਂ ਮਾਵਾਂ ਨੂੰ ਵੀ ਕਹਿੰਦੀ ਆ ਕਿ ਜਦੋਂ ਅਸੀਂ ਬੱਚਿਆਂ ਨੂੰ, ਦੇਖੋ ਇੱਕ ਆਪਣੇ ਬੇਟਾ ਹੁੰਦਾ ਹੈ ਤਾਂ ਉਹਨੂੰ ਉੱਦਾਂ ਦੀ ਸਿੱਖਿਆ ਦੇਣ ਕਿ ਘਰਾਂ ਵਿੱਚ, ਦੇਖੋ ਹਰ ਚੀਜ਼ ਸਰਕਾਰ ਤੇ ਛੱਡ ਕੇ ਅਸੀਂ ਨਹੀਂ ਸੋਚ ਸਕਦੇ। ਇੱਕ ਸਮਾਜ ਦਾ ਨਵੀਕਰਨ ਜਿਹੜਾ ਹੁੰਦਾ, ਔਰਤਾਂ ਦੇ ਰਾਹੀਂ ਸਮਾਜ ਬਣਾਉਣ ਵਿੱਚ ਔਰਤਾਂ ਦਾ ਵੀ ਬਹੁਤ ਵੱਡਾ, ਮੈਂ ਕਹਿੰਦੀ ਹਾਂ, ਹੱਥ ਹੁੰਦਾ ਹੈ। ਤੁਸੀਂ ਜਿਸ ਤਰ੍ਹਾਂ ਦੇ ਬੱਚੇ ਪਾਲੋਗੇ ਉਸ ਤਰ੍ਹਾਂ ਦਾ ਸਮਾਜ ਰਹੇਗਾ। ਤੇ ਕਿਤੇ ਨਾ ਕਿਤੇ ਘਰਾਂ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਕਿ ਜਿਹੜੇ ਘਰ ਦੇ ਵਿੱਚ ਤਾਂ ਆਪਣੀਆਂ ਭੈਣਾਂ ਹੈ, ਜਿਹੜੀਆਂ ਬਾਹਰ ਵੀ ਨੇ, ਚਾਹੇ ਉਹ ਟੀਚਰ ਦੇ ਰੂਪ ਵਿੱਚ ਹੈ, ਚਾਹੇ ਉਹ ਤੁਹਾਡੇ ਕੁਲੀਗਸ ਹੈਗੇ, ਚਾਹੇ ਜਿਸ ਤਰ੍ਹਾਂ ਵੀ ਹੈ, ਉਹਨਾਂ ਦਾ ਇੱਕ ਪ੍ਰੋਪਰ ਸਨਮਾਨ ਮਾਵਾਂ ਸਿਖਾ ਸਕਦੀਆਂ ਬੱਚਿਆਂ ਨੂੰ। ਮੈਂ ਅੱਗੇ ਲਾਸਟ ਇੰਟਰਵਿਊ ਵਿੱਚ ਵੀ ਕਿਹਾ ਸੀ ਕਿ ਜਦੋਂ ਘਰ ਦੀ ਨੀਂਹ ਮਜ਼ਬੂਤ ਹੋਏਗੀ ਤਾਂ ਸਮਾਜ ਦੀ ਨੀਂਹ ਆਪੇ ਹੀ ਮਜ਼ਬੂਤ ਹੋਏਗੀ। ਬਿਲਕੁਲ। ਫਿਰ ਇਹਨੂੰ ਮੈਂ ਹਰ ਪੱਖੋਂ ਦੇਖਦੀ ਹਾਂ। ਮੈਂ ਕਹਿੰਦੀ ਹਾਂ ਕਿ ਇਹਨਾਂ ਨੂੰ, ਸਰਕਾਰਾਂ ਨੂੰ ਵੀ ਇੰਨਾ ਸਖਤ ਹੋਣਾ ਪਏਗਾ ਕਿ ਜਿਹੜੇ ਇਦਾਂ ਦੇ ਹੈਗੇ ਆ ਕਾਂਡ, ਉਹਨਾਂ ਦੇ ਵਿਦਿਨ ਮੰਥ ਆਉਣਾ ਚਾਹੀਦਾ, ਔਰ ਇਦਾਂ ਦੀ ਸਜ਼ਾ ਉਹਨਾਂ ਨੂੰ ਸੁਣਾਈ ਜਾਣੀ ਚਾਹੀਦੀ ਹੈ ਜਿਹੜੀ ਸਮਾਜ ਲਈ ਵੀ ਇੱਕ ਕਿਤੇ ਨਾ ਕਿਤੇ ਇੱਕ ਆਪਣਾ ਉਦਾਹਰਣ ਰੱਖ ਸਕਣ। ਮਤਲਬ ਅੱਗੋਂ ਤੋਂ ਕੋਈ ਇਦਾਂ ਦੀ ਦਰਿੰਦਗੀ ਕਰਨ ਤੋਂ ਪਹਿਲੇ 10 ਵਾਰੀ ਸੋਚੇ। ਬਿਲਕੁਲ ਬਿਲਕੁਲ ਮੈਂ ਇਹਨੂੰ ਚੀਜ਼ ਨੂੰ ਮੰਨਦੀ ਹਾਂ। ਪਰ ਬਹੁਤ ਪਹਿਲੂ ਸਕੂਲਾਂ ਵਿੱਚ ਵੀ ਇਹ ਚੀਜ਼, ਮੁੰਡਿਆਂ ਦੀ ਪਰਵਰਿਸ਼ ਉਸ ਤਰ੍ਹਾਂ ਹੋਣੀ ਚਾਹੀਦੀ ਹੈ, ਔਰ ਜੇ ਘਰ ਵਿੱਚ ਕੋਈ ਕੁੜੀ ਹੈ ਤਾਂ ਉਹਨੂੰ ਆਪਣੇ ਆਪ ਵਿੱਚ ਇੰਨਾ ਸਟਰੋਂਗ ਬਣਾਉਣਾ ਚਾਹੀਦਾ ਕਿ ਉਹ ਆਪਣੇ ਡਿਸੀਜ਼ਨਸ ਵੀ ਲੈ ਸਕੇ। ਔਰ ਇਦਾਂ ਦੀ ਕੋਈ ਵੀ ਸਾਡੇ ਵਿੱਚ ਅਗਰ ਕੋਈ ਇਦਾਂ ਦੀ ਅਸੀਂ ਸਿਚੁਏਸ਼ਨ ਵਿੱਚ ਫਸ ਜਾਂਦੇ ਹਾਂ ਤੇ ਆਪਾਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਓ ਕਰੀਏ।
ਤੇ ਇਸ ਕਰਕੇ ਸਭ ਤੋਂ ਵੱਡਾ ਮੈਂ ਮਾਵਾਂ ਦਾ ਵੀ ਰੋਲ ਕਹੂੰਗੀ ਕਿ ਦੋਨੋਂ ਤਰੀਕਿਆਂ ਨਾਲ ਕੁੜੀ ਨੂੰ ਉਸ ਤਰੀਕੇ ਦੀ ਸਿੱਖਿਆ ਦੇਵੇ, ਮੁੰਡੇ ਨੂੰ ਉਸ ਤਰੀਕੇ ਦੀ, ਤਾਂ ਕਿ ਸਾਡੇ ਸਮਾਜ ਦਾ ਕਿਤੇ ਨਾ ਕਿਤੇ ਸੁਧਾਰ ਹੋ ਸਕੇ। ਮੈਮ, ਇੱਕ ਵਿਪਕਸ਼ ਵੱਲੋਂ ਅਵਿਸ਼ਵਾਸ ਪ੍ਰਸਤਾਵ ਜਿਹੜਾ ਲਗਾਇਆ ਜਾ ਰਿਹਾ ਹੈ, ਉਹਦੇ ਤੇ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਜਿਵੇਂ ਵਿਪਕਸ਼ ਵੈਸੇ ਹੀ ਪਹਿਲੇ ਗਿਣਤੀ ਦੇ ਵਿੱਚ ਬਹੁਤ ਘੱਟ ਹੈ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦਾ ਇਹ ਪ੍ਰਸਤਾਵ ਲਾਗੂ ਕਰਨਾ, ਮਤਲਬ ਅੱਗੇ ਪ੍ਰੈਜ਼ੈਂਟ ਕਰਨਾ ਕਿੱਥੇ ਤੱਕ ਜਾਇਜ਼ ਹੈ? ਤੁਹਾਨੂੰ ਲੱਗਦਾ ਉਹਨਾਂ ਦੀ ਮੰਨੀ ਜਾਏਗੀ? ਮੈਮ, ਪਹਿਲਾਂ ਸਰਕਾਰਾਂ ਕਾਂਗਰਸ ਦੀਆਂ ਵੀ ਰਹੀਆਂ ਉੱਥੇ। 2019 ਵਿੱਚ ਵੀ ਨਿਰਭਇਆ ਕਾਂਡ ਕਾਂਗਰਸ ਦੀ ਸਰਕਾਰ ਦੇ ਵਿੱਚ ਹੋਏ, ਹੋਰ ਵੀ ਕਾਂਡ ਜਿਹੜੇ ਸੀਗੇ ਕਾਂਗਰਸ ਦੀ ਸਰਕਾਰ ਵਿੱਚ, ਉਸ ਟਾਈਮ ਉਹ ਚੁੱਪ ਬੈਠੇ ਸੀਗੇ। ਮੈਂ ਉਹਨਾਂ ਦੇ ਇਸ ਰਿਐਕਸ਼ਨ ਨੂੰ ਮਗਰਮੱਛ ਦੇ ਆਂਸੂ ਦੇ ਇਲਾਵਾ ਕੁਝ ਨਹੀਂ ਕਹਿ ਸਕਦੀ। ਜਦੋਂ ਉਹ ਖੁਦ ਸੱਤਾ ਵਿੱਚ ਸੀਗੇ, ਉਹਨਾਂ ਦੇ ਜਿਹੜੇ ਇੰਨਾ ਟਾਈਮ ਪੀਰੀਅਡ ਮਿਲ ਗਿਆ ਲੇਡੀਜ਼ ਨੂੰ ਇਨਸਾਫ ਲਈ, ਤਾਂ ਜੋ ਕਿਸ ਹੱਕ ਨਾਲ ਦੂਜੇ ਨੂੰ ਕਹਿ ਸਕਦੇ, ਠੀਕ ਹੈ। ਪਰ ਮੈਂ ਇੱਕ ਚੀਜ਼ ਨਾਲ ਹੋਰ ਵੀ ਕਹੂੰਗੀ ਕਿ ਇਸ ਟਾਈਮ ਪੋਲਿਟਿਕਸ ਨਹੀਂ ਕਰਨੀ, ਸਾਨੂੰ ਇਕਜੁੱਟ ਹੋ ਕੇ ਮਣੀਪੁਰ ਜਾਣਾ ਪੈਣਾ ਸਾਰਿਆਂ ਨੂੰ। ਉੱਥੇ ਦੇ ਜਿਹੜਾ ਹਾਲਾਤ ਹੈ, ਸਾਨੂੰ ਆਪ ਕਦਮ ਚੱਕਣੇ ਪੈਣੇ। ਜੇ ਸਰਕਾਰਾਂ ਨਹੀਂ ਲੈਂਦੀਆਂ, ਸਰਕਾਰਾਂ ਨੂੰ ਵੀ ਦੇਖੋ ਕਹਿਣਾ ਤਾਂ ਜਿਹੜੇ ਉੱਥੇ ਦੀ ਸਰਕਾਰ ਆ ਉਹਨਾਂ ਨੂੰ ਪੈਣਾ ਹੀ ਹੈ ਸਾਨੂੰ ਕਿ ਸਟਿਕ ਤੋਂ ਸਟਿਕ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਕੋਈ ਸਟਿਕ ਐਕਸ਼ਨ ਲਿੱਤਾ ਜਾਵੇ। ਜਿਹੜੇ ਆਪਸੀ ਮਤਭੇਦ ਪਿੱਛੇ ਔਰਤਾਂ ਪਿਸ ਰਹੀਆਂ ਨੇ, ਮੈਂ ਹਰ ਯੁੱਗ ਵਿੱਚ ਦੇਖਿਆ ਕਿ ਕੋਈ ਵੀ ਲੜਾਈ ਹੁੰਦੀ ਸੀ, ਰਾਜਾ ਮਹਾਰਾਜਾ ਤੋਂ ਲੈ ਕੇ ਸ਼ੁਰੂ ਹੋ ਜਾਓ, ਅਗਰ ਕੋਈ ਲੜਾਈ ਹੁੰਦੀ ਸੀ ਉਹਨਾਂ ਦੀਆਂ ਰਾਣੀਆਂ ਨੂੰ ਚੱਕ ਕੇ ਲੈ ਜਾਂਦੇ ਸੀ। ਸ਼ੁਰੂ ਤੋਂ ਔਰਤਾਂ ਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਰਿਹਾ ਹੈ ਕਿ ਔਰਤਾਂ ਨੂੰ ਬਹੁਤ ਸੌਫਟ ਟਾਰਗੇਟ ਮੰਨਿਆ ਜਾਂਦਾ। ਉਸ ਟਾਈਮ ਤੋਂ ਹੁਣ ਤੱਕ ਔਰਤਾਂ ਕਾਫੀ ਆਜ਼ਾਦ ਵੀ ਹੋਈਆਂ ਨੇ, ਕਾਫੀ ਕੁਝ ਉਹਨਾਂ ਨੂੰ, ਦੇਖੋ ਸਾਡੇ ਕਾਫੀ ਅਧਿਕਾਰ ਸਾਨੂੰ ਮਿਲੇ ਆ। 8 ਮਾਰਚ ਜਿਹੜਾ ਅਸੀਂ ਮਨਾਉਂਦੇ ਆ, ਉਹ ਇਸੇ ਤਰੀਕੇ ਮਨਾਉਂਦੇ ਆ ਕਿ ਔਰਤਾਂ ਨੂੰ ਉਹਨਾਂ ਦੇ ਅਧਿਕਾਰ, ਵੋਟ ਦੇਣ ਦਾ ਅਧਿਕਾਰ ਮਿਲਿਆ, ਹੋਰ ਅਧਿਕਾਰ ਮਿਲੇ। ਪਰ ਇਹ ਇਨਫ ਨਹੀਂ ਹੈਗਾ। ਹਲੇ ਵੀ ਅਸੀਂ ਕਿਸੇ ਵੀ ਪੋਸਟ ਤੇ ਆ ਕੇ, ਅਸੀਂ ਕਿਸੇ ਵੀ ਉੱਚੀ ਪੋਸਟ ਤੋਂ ਆਉਣ ਤੋਂ ਬਾਵਜੂਦ ਅਸੀਂ ਆਪਣੇ ਡਿਸੀਜਨਸ ਆਪਣੀ ਫੈਮਿਲੀ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲੈ ਸਕਦੇ। ਬਿਲਕੁਲ ਹਲੇ ਵੀ ਔਰਤਾਂ ਅਸੁਰੱਖਿਅਤ ਨੇ। ਸਰਕਾਰਾਂ ਨੂੰ ਇਹਦੇ ਲਈ ਬਹੁਤ ਸਟਰੋਂਗ ਕਦਮ ਚੱਕਣੇ ਪੈਣੇ। ਮੈਮ, ਬੀਤੇ ਦਿਨੀ ਜਿਵੇਂ ਮੋਦੀ ਜੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਸਿਰਫ ਮਣੀਪੁਰ ਹੀ ਨਹੀਂ, ਰਾਜਸਥਾਨ, ਛੱਤੀਸਗੜ੍ਹ, ਬੈਂਗਲੌਰ ਵਰਗੇ ਜਿਹੜੇ ਸਟੇਟਸ ਨੇ, ਉਹਨਾਂ ਦੇ ਵਿੱਚ ਵੀ ਇਦਾਂ ਦੇ ਕਾਂਡ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਵੀ ਕੁਝ ਦੇਖਣ ਨੂੰ ਨਹੀਂ ਮਿਲਦਾ ਇਨਸਾਫ। ਤਾਂ ਪਹਿਲਾਂ ਕਹਿ ਚੁੱਕੇ ਐ ਤੁਸੀਂ, ਰਾਜਸਥਾਨ ਇੱਧਰ ਕਹਿ ਰਹੇ, ਮੈਂ ਤਾਂ ਰਾਜੇ ਮਹਾਰਾਜਿਆਂ ਦੀ ਗੱਲ ਤੋਂ ਸ਼ੁਰੂ ਹੋ ਗਈ ਕਿ ਉੱਥੋਂ ਤੋਂ ਲੈ ਕੇ ਅੱਜ ਤੱਕ ਔਰਤਾਂ ਨੂੰ ਸਿਰਫ ਇੱਕ ਤੁਸੀਂ ਕਹਿ ਲਓ ਕਿ ਇੱਕ ਟਾਰਗੇਟ ਕੀਤਾ ਜਾਂਦਾ ਰਿਹਾ ਹੁਣ ਤੱਕ। ਤੁਸੀਂ ਕੋਈ ਐਡ ਵੀ ਦੇਖਦੇ ਹੋ ਨਾ, ਉੱਥੇ ਅਗਰ ਕਿਸੇ ਚੀਜ਼ ਦੀ ਪਬਲਿਸਿਟੀ ਕਰਨੀ ਹੈ, ਮਾਰਕੀਟ ਵਿੱਚ ਚਲੇ ਜਾਓ, ਅੱਧ ਨੰਗੇ ਪੁਤਲੇ ਖੜੇ ਕੀਤੇ ਹੁੰਦੇ ਉਹ ਸਮਾਜ ਨੂੰ ਵੇਚਣ ਲਈ। ਪਿਕਚਰਾਂ ਦਾ ਤੁਸੀਂ ਲੈ ਲਓ, ਜੇ ਪਿਕਚਰਾਂ ਵਿੱਚ ਕੋਈ ਆਈਟਮ ਸੌਂਗ ਨਹੀਂ ਹੋਏਗਾ, ਕੋਈ ਮਸਾਲਾ ਨਹੀਂ ਹੋਏਗਾ, ਉਹ ਪਿਕਚਰਾਂ ਵਿਕਣਗੀਆਂ ਨਹੀਂ। ਔਰਤਾਂ ਨੂੰ ਹਾਲੇ ਵੀ ਜਿਸ ਨਜ਼ਰੀਏ ਨਾਲ ਦੇਖਿਆ ਜਾਂਦਾ, ਪਹਿਲਾਂ ਤਾਂ ਉਹ ਸਿਸਟਮ ਚੇਂਜ ਕਰਨਾ ਪੈਣਾ ਜੀ। ਉਹ ਸਿਸਟਮ ਚੇਂਜ ਕਰਨਾ ਪੈਣਾ। ਔਰਤਾਂ ਕੋਈ ਸਜੋ ਸਮਾਨ ਦਾ, ਕੋਈ ਸਜਾਵਟ ਦੀ ਚੀਜ਼ ਨਹੀਂ ਹੈਗੀਆਂ, ਜਾਂ ਤੁਹਾਡੇ ਦਿਲ ਬਹਿਲਾਉਣ ਦੀਆਂ ਚੀਜ਼ਾਂ ਨਹੀਂ ਹੈਗੀਆਂ। ਔਰਤਾਂ IPS ਵੀ ਹੈ, ਸੋਨੀਆ ਗਾਂਧੀ, ਆਪਣਾ ਕਲਪਨਾ ਚਾਵਲਾ, ਕਈ ਇਸ ਤਰ੍ਹਾਂ ਦੀ ਮਿਸਾਲਾਂ ਨੇ। ਔਰਤਾਂ ਬਹੁਤ ਕੁਝ ਕਰ ਸਕਦੀਆਂ, ਉਹਨਾਂ ਨੂੰ ਇਸ ਚੀਜ਼ ਤੋਂ ਉਭਾਰਨਾ ਪਏਗਾ ਆਪਣੀ ਛਵੀ ਨੂੰ। ਮਾਡਲਿੰਗ ਲਈ ਤੁਸੀਂ ਦੇਖ ਲਓ, ਕੋਈ ਚੀਜ਼ ਸੇਲ ਪਰਚੇਸ ਕਰਨੀ ਹੈ ਵੱਡੇ ਵੱਡੇ ਹੋਲਡਿੰਗ ਤੇ, ਕਿੱਦਾਂ ਦੇ ਕੱਪੜੇ ਪਾਏ ਹੁੰਦੇ, ਕਿੱਦਾਂ ਦਾ, ਇਹ ਚੀਜ਼ਾਂ ਦਾ ਸੁਧਾਰ ਹੋਏਗਾ ਤਾਂ ਮੈਂ ਕਹਿੰਦੀ ਹਾਂ ਕਾਫੀ ਹੱਦ ਤੱਕ ਲਗਾਮ ਬੰਨੀ ਜਾ ਸਕਦੀ ਹੈ। ਮੋਦੀ ਜੀ ਦੇ ਬਿਆਨ ਤੋਂ ਬਾਅਦ ਜਿੱਥੇ ਕਿ ਕਹਿੰਦੇ ਨਾ ਵੀ ਜਿਹੜੀ ਦੇਸ਼ ਦੇ ਵਿੱਚ ਪੋਲਿਟਿਕਸ ਹੋਈ, ਉਹ ਜ਼ਿਆਦਾ ਨਹੀਂ ਵੱਧ ਰਹੀ, ਤੁਹਾਨੂੰ ਲੱਗਦਾ? ਜਿਹੜੇ ਮੁੱਦੇ ਤੇ ਕੰਮ ਹੋਣਾ ਚਾਹੀਦਾ ਸੀ ਉਹ ਤਾਂ ਹੋ ਨਹੀਂ ਰਿਹਾ। ਬਿਲਕੁਲ ਮਣੀਪੁਰ ਵਿੱਚ ਹਲੇ ਤੱਕ ਸਾਨੂੰ ਜਿਹੜਾ ਬਿਆਨ ਜਾਰੀ ਕਰਨਾ ਚਾਹੀਦਾ ਸੀ ਉਹ ਤਾਂ ਹੋਇਆ ਨਹੀਂ ਜੀ। ਪੋਲਿਟਿਕਸ ਤੇ ਪੋਲਿਟਿਕਸ ਹੋ ਰਹੀ ਹੈ ਔਰ ਕੁਝ ਨਹੀਂ ਹੋ ਰਿਹਾ। ਸ਼ਰਮ ਆਣੀ ਚਾਹੀਦੀ ਹੈ ਏਦਾਂ ਦੇ ਘਟੀਆ ਪੋਲੀਟੀਸ਼ੀਅਨਸ ਨੂੰ, ਜਿਹੜੇ ਇੱਥੇ ਵੀ ਪੋਲਿਟਿਕਸ ਖੇਡ ਰਹੇ ਨੇ, ਜਿਹੜੇ ਮਤਲਬ ਇੰਨੀ ਦਰਿੰਦਗੀ ਉੱਥੇ ਹੋਈ, ਜਿਨ੍ਹਾਂ ਦੇ ਕਲੇਜੇ ਨਹੀਂ ਕੰਬੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇਨਸਾਨੀਅਤ ਖਤਮ ਜੀ ਹੋਈ ਜਾ ਰਹੀ ਹੈ। ਉਹ ਕੁੜੀ ਜਿਹੜੀ ਕੀ ਉਮਰ ਹੋਏਗੀ ਉਸ ਕੁੜੀ ਦੀ, ਜਿਹੜੀ 16 ਸਾਲਾਂ ਦੀ ਕੁੜੀ, ਜਿਹਦੇ ਨਾਲ ਇੰਨੇ 11 ਬੰਦਿਆਂ ਨੇ ਗੈਂਗਰੇਪ ਹੋਇਆ ਜੀ। ਗੈਂਗਰੇਪ ਹੋਣ ਤੋਂ ਬਾਵਜੂਦ ਉਹਦੀ ਅੱਖਾਂ ਦੇ ਸਾਹਮਣੇ ਉਹਦੇ ਪਿਤਾ ਨੂੰ, ਉਹਦੇ ਭਰਾ ਨੂੰ ਬੰਦਾ ਕਹਿੰਦਾ ਜੀ ਹਾਲੇ ਤਾਂ ਉਤੋਂ ਨਹੀਂ ਉਭਰਦਾ, ਔਰ ਉਸ ਤੋਂ ਬਾਅਦ ਉਹਦੇ ਨਾਲ ਇੰਨਾ ਕੁਝ ਹੋ ਜਾਂਦਾ। ਤਾਂ ਬੰਦਾ
ਜਿਉਂਦਾ ਨਹੀਂ ਹੈ, ਕਿਤੇ ਨਾ ਕਿਤੇ ਉਹਦੀ ਆਤਮਾ ਮਰ ਜਾਂਦੀ ਹੈ ਜੀ ਔਰ ਕਿਤੇ ਨਾ ਕਿਤੇ ਸਾਡੀ ਵੀ ਆਤਮਾ ਮਰ ਚੁੱਕੀ ਹੈ, ਜਿਹੜਾ ਉਹਨੂੰ ਸੁਣ ਕੇ ਅਸੀਂ ਇੱਥੇ ਬੈਠੇ ਆ ਜਾਂ ਤੁਸੀਂ ਮੀਡੀਆ ਦੇ ਅੱਗੇ ਆ ਕੇ 2 ਹੰਝੂ ਬਹਾ ਰਹੇ ਹੋ। ਇਦਾਂ ਕੁਝ ਨਹੀਂ ਹੈ, ਉਹਨੂੰ ਇਮੀਡੀਏਟਲੀ ਉਹਦੇ ਬਿਆਨ ਜਾਰੀ ਕਰਨੇ ਚਾਹੀਦੇ ਆ, ਉਹਨਾਂ ਨੂੰ ਅਰੈਸਟ ਪਾ ਕੇ ਕੁਛ ਨਾ ਕੁਛ ਹੁਣ ਤੱਕ ਹੱਲ ਹੋਣਾ ਚਾਹੀਦਾ ਸੀ, ਬਿਲਕੁਲ, ਜੋ ਕਿ ਨਹੀਂ ਹੋਇਆ। ਮੈਂ ਜਿਹੜੀ ਉਹ 42 ਸਾਲ ਦੀ ਔਰਤ ਸੀਗੀ, ਉਹਦੇ ਹਸਬੰਡ ਦੇ ਬਿਆਨ ਸੁਣੇ, ਅੰਦਰ ਕਿਤੇ ਨਾ ਕਿਤੇ ਕੰਮ ਗਏ। ਉਹ ਇੱਕ ਆਰਮੀ ਆਫੀਸਰ ਸੀਗੇ, ਉਹ ਕਹਿੰਦੇ ਆ ਅਸੀਂ ਦੇਸ਼ ਲਈ ਇੰਨਾ ਕੁਝ ਕਰ ਰਹੇ ਆ ਕਿ ਅਸੀਂ ਆਪਣੀ ਫੈਮਿਲੀ ਤੱਕ ਨਹੀਂ ਬਚਾ ਸਕੇ। ਬਿਲਕੁਲ, ਦੱਸੋ ਉਸ ਟਾਈਮ ਉਸ ਆਦਮੀ ਤੇ ਕੀ ਬੀਤੀ ਹੋਣੀ ਹੈ। ਬਿਲਕੁਲ, ਇਹ ਮੁੱਦਾ ਸਿਰਫ ਸਾਡੇ ਅੰਦਰ ਬਹਿ ਕੇ ਉੱਤੇ ਕਰਨ ਦਾ ਨਹੀਂ, ਸਰਕਾਰਾਂ ਨੂੰ ਇਹਨਾਂ ਤੇ ਕੰਮ ਕਰਨਾ ਪੈਣਾ, ਉਹਨਾਂ ਨੂੰ ਇਨਸਾਫ ਦਿਵਾਉਣਾ ਪੈਣਾ ਔਰ ਇਹੋ ਜਿਹੀ ਸਜ਼ਾ ਮੁਕਰਰ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਅੱਗੇ ਤੋਂ ਉਦਾਹਰਨ ਸਾਬਿਤ ਹੋਵੇ ਕਿ ਇਦਾਂ ਕੋਈ ਵੀ ਲੇਡੀਜ਼ ਇਸ ਚੀਜ਼ ਦਾ ਨਹੀਂ ਹੈ ਕਿ ਤੁਹਾਨੂੰ ਟਾਰਗੇਟ ਹੋਇਆ ਤਾਂ ਤੁਸੀਂ ਇਹ ਸਭ ਚੀਜ਼ਾਂ ਸ਼ਰੇਆਮ ਕਰ ਸਕੋ। ਕਿਤੇ ਨਾ ਕਿਤੇ ਮੈਮ ਦੇਖਿਆ ਜਾਵੇ ਜਦੋਂ ਇਦਾਂ ਦੇ ਕਿੱਸੇ ਦੇਖਣ ਨੂੰ ਮਿਲਦੇ, ਕਾਂਡ ਦੇਖਣ ਨੂੰ ਮਿਲਦੇ ਆ, ਉਸ ਟਾਈਮ ਜਿਹੜੇ ਕੱਟੜਬੰਦੀ, ਚਾਹੇ ਉਹ ਕਿਸੇ ਵੀ ਧਰਮ ਦੇ, ਕਿਸੇ ਵੀ ਜਾਤੀ ਦੇ ਨੇ, ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹਨਾਂ ਨੂੰ ਇਦਾਂ ਦੇ ਲੋਕਾਂ ਨੂੰ ਸ਼ੂਟ ਕਰ ਦਿਓ ਉਸੇ ਟਾਈਮ। ਕਿ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿੱਥੇ ਸਰਕਾਰਾਂ ਵੱਲੋਂ ਇਨਸਾਫ ਮਿਲਣ ਤੇ ਉਮਰਾਂ ਲੰਘ ਜਾਂਦੀਆਂ, ਕਿਤੇ ਨਾ ਕਿਤੇ 1% ਇਹ ਕੱਟੜਬੰਦੀ ਸਹੀ ਨੇ? ਫਿਰ ਦੇਖੋ ਜਿੱਦਾਂ ਨਿਰਭਇਆ ਕਾਂਡ ਸੀਗਾ, ਮਣੀਪੁਰ ਹੈ 2019 ਦਾ ਰਿਹਾ, 11 ਸਾਲ ਦੀ ਬੱਚੀ ਨਾਲ ਰੇਪ ਹੋਇਆ, ਉੱਥੇ ਤਾਂ ਇਹ ਸਜ਼ਾ ਕਿਤੇ ਨਾ ਕਿਤੇ ਸਹੀ ਹੈ। ਜਿਹੜਾ ਪਬਲਿਕਲੀ ਤੌਰ ਤੇ ਹੋਇਆ, ਜਿਹਦੇ ਵਿੱਚ ਰੱਖਣ ਕੱਢਣ ਨੂੰ ਕੁਝ ਨਹੀਂ ਹੈਗਾ, ਜਿਹੜੇ ਬਿਲਕੁਲ ਕਲੀਅਰ ਕੇਸਿਸ ਨੇ, ਉੱਥੇ ਤਾਂ ਇਦਾਂ ਜ਼ਰੂਰ ਹੋਣਾ ਚਾਹੀਦਾ। ਪਰ ਇਹਦੇ ਨਾਲ ਮੈਂ ਇੱਕ ਹੋਰ ਚੀਜ਼ ਕਹਿਣੀ ਆ, ਅੱਜ ਕੱਲ ਔਰਤਾਂ ਦੇ ਅਧਿਕਾਰ ਵੀ ਵੱਧ ਗਏ ਨੇ, ਅਸੀਂ ਔਰਤਾਂ ਦੇ ਰਾਈਟਸ ਲਈ ਬਹੁਤ ਬੋਲਦੇ ਆ, ਪਰ ਕਿਤੇ ਨਾ ਕਿਤੇ ਔਰਤਾਂ ਵੀ ਇਹਦਾ ਮਿਸਯੂਜ਼ ਕਰਦੀਆਂ ਨੇ। ਇਹ ਤਾਂ ਇੱਕ ਪਬਲਿਕਲੀ ਕੇਸ ਹੈ, ਇਹਨੂੰ ਸੈਪਰੇਟ ਰੱਖ ਕੇ ਜਿਹੜੇ ਬੰਦ ਕਮਰੇ 'ਚ ਹੁੰਦੇ ਆ ਉਹਨਾਂ ਨੂੰ ਤਾਂ ਟਾਈਮ ਲੈਣਾ ਚਾਹੀਦਾ, ਉਹਨਾਂ ਲਈ ਪੂਰੀ ਸੁਣਵਾਈ ਹੋਣੀ ਚਾਹੀਦੀ। ਮੈਂ ਇਹ ਨਹੀਂ ਕਹੂੰਗੀ ਕਿ ਔਰਤਾਂ ਨੂੰ ਜਸਟਿਸ ਦਿੰਦੇ ਕਿੱਥੇ ਅਸੀਂ ਸਮਾਜ ਨੂੰ ਇੰਨਾ ਕੁ ਵੀ ਨਾ ਕਰ ਦਈਏ ਕਿ ਅੱਜ ਕੱਲ ਮੈਨੂੰ ਬਹੁਤ ਸ਼ਰਮ ਨਾਲ ਕਹਿਣਾ ਪੈ ਰਿਹਾ, ਕਈ ਔਰਤਾਂ ਐਸੇ ਅਧਿਕਾਰ ਦਾ ਗਲਤ ਨਜਾਇਜ਼ ਫਾਇਦਾ ਵੀ ਜੀ ਜੀ। ਇੱਕ ਪਾਸੇ ਸਰਕਾਰਾਂ ਬੇਟੀ ਬਚਾਓ ਬੇਟੀ ਪੜਾਓ ਦੇ ਕਿਤੇ ਨਾ ਇੱਕ ਫਲਸਫੇ ਨੂੰ ਲੈ ਕੇ ਅੱਗੇ ਵੱਧ ਰਹੀਆਂ, ਠੀਕ ਹੈ, ਨੋ ਡਾਊਟ ਕਿ ਜਿਹੜੀਆਂ ਕੁੱਖ ਵਿੱਚ ਬੇਟੀਆਂ ਮਾਰੀਆਂ ਜਾਂਦੀਆਂ ਸੀ, ਹੁਣ ਕਾਫੀ ਹੱਦ ਤੱਕ ਉਹਨਾਂ ਤੇ ਲਗਾਮ ਲੱਗੀ ਹੈ, ਬੇਟੀਆਂ ਨੂੰ ਪੈਦਾ ਹੋਣ ਦਾ ਹੱਕ ਦਿੱਤਾ ਜਾ ਰਿਹਾ। ਪਰ ਪੈਦਾ ਹੋਣ ਤੋਂ ਬਾਅਦ 2-2 ਸਾਲ ਦੇ ਬੱਚੇ ਨਾਲ ਗੈਂਗਰੇਪ ਹੋ ਰਹੇ ਨੇ, ਇਹ ਕਿੱਥੇ ਤੱਕ ਦੀ ਇਨਸਾਨੀਅਤ ਹੈ? ਕਿਹੜੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਬੇਟੀ ਪੜਾਓ ਬੇਟੀ ਬਚਾਓ, ਸਪੋਰਟਸ ਵਿੱਚ ਹਾਲੇ ਲੇਟੈਸਟ ਕਾਂਡ ਹੋਇਆ ਸੀ ਕਿ ਬੱਚੀਆਂ ਇੰਨੇ ਆਪਣੇ ਰਤਨ ਗੋਲਡ ਮੈਡਲ ਔਰ ਸਿਲਵਰ ਮੈਡਲ ਔਰ ਆਪਣੇ ਗੰਗਾ 'ਚ ਬਹਾ ਕੇ ਆਈਆਂ ਨੇ। ਉਹਨਾਂ ਸਰਕਾਰਾਂ ਨੂੰ ਉਹਨਾਂ ਬੱਚੀਆਂ ਨੂੰ ਦੇਖਣ ਦਾ ਜਾਂ ਉਹਨਾਂ ਤੇ ਜਾ ਕੇ ਉਹਨਾਂ ਦੇ ਨਾਲ ਖੜਨ ਦਾ ਟਾਈਮ ਆਇਆ ਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਣੇ ਜੋ ਪੋਲੀਟੀਸ਼ੀਅਨ ਸੀ ਉਹਨਾਂ ਨੂੰ ਬਚਾਇਆ, ਨਾ ਕਿ ਉਹ ਬੱਚੇ ਜਿਹੜੇ ਦੇਸ਼ ਵਿੱਚ ਆਪਣਾ ਕਿਤੇ ਨਾ ਕਿਤੇ ਨਾਂ ਰੋਸ਼ਨ ਕਰ ਰਹੇ। ਐਸੇ ਗੱਲੋਂ ਮਾਪਿਓ ਕੁੜੀਆਂ ਨੂੰ ਜੰਮਣ ਤੋਂ ਵੀ ਡਰਤਾ। ਇਹ ਸਰਕਾਰਾਂ ਨੂੰ ਸੋਚਣਾ ਪੈਣਾ ਹੈ ਕਿ ਇਕੱਲੇ ਇਹ ਫਲਸਫਾ ਲੈ ਕੇ ਬੇਟੀ ਪੜਾਓ ਬੇਟੀ ਬਚਾਓ ਨਾਲ ਕੁਝ ਨਹੀਂ ਹੋਣਾ, ਬੇਟੀਆਂ ਲਈ ਕੁਝ ਕਰਨਾ ਪੈਣਾ ਹੈ। ਸਾਰੇ ਤੇ ਘਰਾਂ ਵਿੱਚ ਬੇਟੀਆਂ ਨੇ, ਪਰ ਬੇ ਔਲਾਦ ਇਸ ਦਰਦ ਨੂੰ ਕੀ ਸਮਝਣਗੇ? ਜਿਨ੍ਹਾਂ ਦੇ ਘਰੇ ਔਲਾਦ ਨਹੀਂ ਹੈਗੀ, ਜਿਨ੍ਹਾਂ ਦੀ ਫੈਮਿਲੀ ਨਹੀਂ ਹੈਗੀ, ਉਹ ਕੀ ਸਮਝਣਗੇ ਇਸ ਦਰਦ ਨੂੰ? ਸਿਰਫ ਇੱਕ ਕੀ ਕਹਿੰਦੇ ਆਪਣੀ ਪੋਲਿਟਿਕਸ ਕੈਰੀਅਰ ਬਣਾਉਣ ਲਈ ਉਹਨਾਂ ਨੇ ਛੱਡਤਾ ਜੁਮਲਾ ਕਿ ਬੇਟੀ ਪੜਾਓ, ਜਿਹਦਾ 15 ਲੱਖ ਦਾ ਛੱਡਿਆ ਸੀ ਕਿ ਉਹ ਜੁਮਲਾ ਸੀ ਜੀ, ਬੇਟੀ ਪੜਾਓ ਬੇਟੀ ਬਚਾਓ, ਉਹ ਵੀ ਇਹਨਾਂ ਦਾ ਜੁਮਲਾ ਹੈ। ਉਸ ਤਰੀਕੇ ਦਾ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਸਰਕਾਰਾਂ ਨੇ ਕਿ ਬੇਟੀਆਂ ਪੜਦੀਆਂ ਨੇ, ਇੱਥੇ ਤੱਕ ਮਾਪਿਓ ਲੈ ਆਉਂਦਾ, ਪਰ ਜਿੱਥੇ ਸਰਕਾਰਾਂ ਨੂੰ ਹੱਥ ਦੇਣਾ ਪੈਂਦਾ ਹੈ ਉੱਥੇ ਧੱਕਾ ਦੇ ਦਿੰਦੇ। ਬਿਲਕੁਲ ਤੁਸੀਂ ਸਹੀ ਕਿਹਾ ਮੈਮ। ਹੁਣ ਜਿਵੇਂ ਤੁਸੀਂ ਕਿਹਾ ਬੇਔਲਾਦ ਕੀ ਸਮਝਣਗੇ, ਇਦਾਂ ਹੀ ਸਦਨ ਦੇ ਵਿੱਚ ਮੋਦੀ ਜੀ ਤੇ ਤੰਜ ਕੱਸਿਆ ਗਿਆ ਸੀ ਕਿ ਜਿਨ੍ਹਾਂ ਦੇ ਘਰ ਖੁਦ ਔਲਾਦ ਨਹੀਂ, ਉਹ ਇਸ ਦਰਦ ਨੂੰ ਕਿੱਦਾਂ ਸਮਝਣਗੇ? ਬਿਲਕੁਲ ਮੈਂ ਮੰਨਦੀ ਹਾਂ, ਕਿਤੇ ਨਾ ਕਿਤੇ ਗੱਲ ਸਹੀ ਵੀ ਹੈ। ਕਹਿੰਦੇ ਨਾ ਜਿਸ ਤਨ ਲਾਗੇ ਸੋ ਤਨ ਜਾਣੇ ਜੀ। ਦਰਦ ਉਹਨੂੰ ਹੀ ਹੁੰਦਾ ਜਿਹਨੂੰ ਔਲਾਦ ਪਾਲੀ ਹੋਵੇ। ਔਲਾਦ ਕਿਸ ਤਰ੍ਹਾਂ ਪਲਦੀ ਹੈ? ਇੱਕ ਦਿਨ ਜਾ ਕੇ ਮਾਪਿਓ ਔਲਾਦ ਪਾਲਦਾ ਜੀ, ਔਰ ਇਸ ਦਿਨ ਲਈ ਤਾਂ ਕੋਈ ਵੀ ਨਹੀਂ ਪਾਲਦਾ। ਬਿਲਕੁਲ। ਕੁੜੀਆਂ ਤੋਂ ਲੋਕੀ ਕਿਉਂ ਡਰਦੇ? ਇਹਨਾਂ ਚੀਜ਼ਾਂ ਨੂੰ ਲੈ ਕੇ ਡਰਦੇ ਆ, ਪਰ ਜਿਹੜੇ ਬੇਔਲਾਦ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਨਹੀਂ, ਜਿਨ੍ਹਾਂ ਦੇ ਆਪਣੇ ਪਿੱਛੇ ਪਰਿਵਾਰ ਨਹੀਂ ਹੈਗੇ, ਉਹ ਸਾਡਾ ਦਰਦ ਨਹੀਂ ਸਮਝ ਸਕਦੇ। ਕਿਤੇ ਨਾ ਕਿਤੇ
ਤੰਜ ਨਹੀਂ, ਉਹਨਾਂ ਨੇ ਬਿਲਕੁਲ ਠੀਕ ਗੱਲ ਉਹਨਾਂ ਨੂੰ ਸਮਝਾਈ ਹੈ ਵੀ ਤੁਸੀਂ ਸਾਡੇ ਸਰਕਾਰ ਵਿੱਚ ਸਰਕਾਰ ਚਲਾਉਣ ਦੇ ਕਾਬਿਲ ਨਹੀਂ ਹੋ ਜਦ ਕਿ ਤੁਸੀਂ ਸਮਾਜਿਕ ਤੌਰ ਤੇ ਵਿਚਰਦੇ ਨਹੀਂ, ਜਦ ਤੱਕ ਤੁਹਾਨੂੰ ਸਮਾਜ ਦੀ ਸਮਝ ਨਹੀਂ ਹੈਗੀ ਤੁਸੀਂ ਸਾਡਾ ਕੋਈ ਡਿਸੀਜਨ ਲੈ ਨਹੀਂ ਸਕਦੇ। ਬਿਲਕੁਲ ਸੈਂਟਰ ਦੀ ਸਰਕਾਰ ਵੀ ਜਿਵੇਂ ਕਿ ਬੀਜੇਪੀ ਦੀ ਹੈ ਤੇ ਅਗਰ ਉਹ ਚਾਹੁੰਦੇ ਤਾਂ ਕੁਝ ਬਹੁਤ ਕੁਝ ਕਰ ਸਕਦੇ ਸੀ, ਉੱਥੇ ਕੁਇਕ ਐਕਸ਼ਨ ਹੋ ਸਕਦੇ ਸੀ ਮੈਮ। ਬਿਲਕੁਲ ਮੈਮ, ਹੋਣਾ ਚਾਹੀਦਾ ਸੀ, ਬਿਲਕੁਲ ਹੋ ਨਹੀਂ ਸਕਦੇ ਸੀ, ਹੋਣੇ ਚਾਹੀਦੇ ਸੀਗੇ। ਜਦ ਕੁੜੀ ਨੇ 3 ਮਹੀਨੇ ਪਹਿਲਾਂ ਇਹ ਕੇਸ FIR ਦਰਜ ਕਰਾਈ, ਹੁਣ ਤੱਕ ਉੱਤੇ ਐਕਸ਼ਨ ਤੱਕ ਨਹੀਂ ਹੋਇਆ, ਤਾਂ ਮੈਮ ਉੱਥੇ ਵੀ ਬੀਜੇਪੀ ਕਹਿੰਦੀ है बेटी पढ़ाओ बेटी बचाओ, बेटी पढ़ाओ भी बेटी बचाओ भी, तो बेटी को सुरक्षा भी दो, बिल्कुल बेटी को उसके समान अधिकार भी दो। जब कोर्ट में केस गया तो उस ਉਹਨੂੰ ਵੀ ਤੁਸੀਂ ਦੇਖਣਾ ਹੈ ਕਿਸ ਹੱਦ ਤੱਕ ਤੁਸੀਂ ਬਿਲਕੁਲ ਅੱਗੇ ਲਾਗੂ ਕਿੱਦਾਂ ਕਰ ਸਕਦੇ ਹੋ, ਉਸ ਚੀਜ਼ ਨੂੰ ਪਰਸਿਊ ਕਿੱਦਾਂ ਕਰ ਸਕਦੇ ਹੋ, ਅੱਗੇ ਉਸ ਚੀਜ਼ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਕਿੱਦਾਂ ਦਿਲਵਾ ਸਕਦੇ ਹੋ, ਜਿਹੜੇ ਵਿਕਟਮ ਨੇ ਉਹਨਾਂ ਨੂੰ ਇਨਸਾਫ ਕਿੱਦਾਂ ਦਿਵਾ ਸਕਦੇ ਹੋ। ਗੱਲਾਂ ਨਾਲ ਬਹੁਤ ਸਾਰੇ ਹੱਲ ਵੀ ਨਿਕਲਦੇ ਆ, ਨਾਲੇ ਲੋਕਾਂ ਨੂੰ ਵੀ ਪਤਾ ਰਹਿੰਦਾ ਹੈ ਕਿ ਸਰਕਾਰਾਂ ਕੀ ਕਰ ਰਹੀਆਂ ਨੇ ਕੀ ਨਹੀਂ ਕਰ ਰਹੀਆਂ। ਆਪੋਜੀਸ਼ਨ ਨੂੰ ਕਹਿਣ ਨਾਲ ਕੁਝ ਨਹੀਂ ਹੁੰਦਾ, ਲੋਕੀ ਆਪ ਸੂਝਵਾਨ ਨੇ ਜਿਹੜੇ ਬੋਲ ਰਹੇ, ਆਪੋਜੀਸ਼ਨ ਹੀ ਬੋਲ ਰਹੇ। ਆਮ ਜਨਤਾ ਕਿੱਥੇ ਵੀ ਸਾਨੂੰ ਏਦਾਂ ਆਮ ਜਨਤਾ ਸਾਨੂੰ ਸਾਡਾ ਸਹਿਯੋਗ ਕਰਦੀ ਨਜ਼ਰ ਆਈ ਹੈ। ਇੰਨਾ ਹੀ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਮੁੱਦੇ ਤੇ ਮੈਨੂੰ ਟਾਈਮ। ਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਇਸ ਮੁੱਦੇ ਤੇ ਸਾਡੀ ਗੱਲਬਾਤ ਕਰਨਾ, ਤੁਸੀਂ ਆਪਣੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਦੇਣਾ। ਹੋਰ ਕਿਸ ਮੁੱਦੇ ਤੋਂ ਤੁਸੀਂ ਗੱਲਬਾਤ ਸੁਣਨਾ ਚਾਹੁੰਦੇ ਹੋ, ਹੋਰ ਕਿਸ ਮੁੱਦੇ ਨੂੰ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਈਏ, ਇਹ ਜ਼ਰੂਰ ਦੱਸਣਾ। ਨਵੇਂ ਅਪਡੇਟ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਬਨੇ ਰਹੋ। ਕੈਮਰਾਮੈਨ ਪ੍ਰਿੰਸ ਦੇ ਨਾਲ ਜਸਪ੍ਰੀਤ, ਸਿਟੀ ਹੋਮ ਨਿਊਜ਼। ਸਤਿ ਸ਼੍ਰੀ ਅਕਾਲ।